ਹੈਲੋ एवरीवन। ਅੱਜ ਅਸੀਂ ਓਬਲੀਗ ਐਕਸਿਸ ਦਾ ਲੈਕਚਰ ਨੰਬਰ 2 ਸਟਾਰਟ ਕਰ ਰਹੇ ਹਾਂ। ਇਸ ਤੋਂ ਪਹਿਲੇ ਲੈਕਚਰ ਦੇ ਵਿੱਚ ਅਸੀਂ ਬੱਚੇ ਓਬਲੀਗ ਐਕਸਿਸ ਦੀ ਡੈਫੀਨੇਸ਼ਨ ਪਲੱਸ ਓਬਲੀਗ ਐਕਸਿਸ ਦੇ ਵਿੱਚ ਜੇਕਰ ਦੋ ਪੁਆਇੰਟਸ ਗਿਵਨ ਨੇ ਤਾਂ ਉਹਨਾਂ ਦੇ ਵਿਚਲਾ ਅਸੀਂ ਡਿਸਟੈਂਸ ਐਂਡ ਸੈਕਸ਼ਨ ਫਾਰਮੂਲਾ ਏਰੀਆ ਆਫ ਅ ਟ੍ਰਾਇੰਗਲ ਇਹ ਪਾਰਟ ਫਸਟ ਪਾਰਟ ਦੇ ਵਿੱਚ ਅਸੀਂ ਸਾਰਾ ਕੁਝ ਡਿਸਕਸ ਕਰ ਚੁੱਕੇ ਹਾਂ। ਡੈਫੀਨੇਸ਼ਨ ਆਫ ਓਬਲੀਗ ਐਕਸਿਸ ਕਿ ਓਬਲੀਗ ਐਕਸਿਸ ਕੀ ਹੁੰਦੀਆਂ ਨੇ, ਜੇਕਰ ਓਬਲੀਕ ਐਕਸਿਸ ਦੇ ਵਿੱਚ ਦੋ ਪੁਆਇੰਟ ਹੋਣ ਉਹਨਾਂ ਦੇ ਵਿਚਲਾ ਡਿਸਟੈਂਸ ਕਿਵੇਂ ਫਾਈਂਡ ਕਰ ਸਕਦੇ ਹਾਂ, ਪਲੱਸ ਜੇਕਰ ਸਾਡੇ ਕੋਲ ਕਿਸੇ ਦੋ ਪੁਆਇੰਟਸ ਨੂੰ ਅਸੀਂ ਕਿਸੇ ਪੁਆਇੰਟ ਦੇ ਨਾਲ ਰੇਸ਼ੋ 'ਚ ਵੰਡਿਆ ਤਾਂ ਉਸ ਪੁਆਇੰਟ ਨੂੰ ਪਰਟੀਕੂਲਰ ਕੋਆਰਡੀਨੇਟਸ ਫਾਈਂਡ ਕਰਨੇ, ਪਲੱਸ ਜੇਕਰ ਸਾਨੂੰ ਓਬਲੀਕ ਐਕਸਿਸ 'ਚ ਕੋਈ 3 ਪੁਆਇੰਟਸ ਦਿੱਤੇ ਹੋਏ ਨੇ ਉਹਦੇ ਨਾਲ ਟਰਾਇੰਗਲ ਬਣ ਰਿਹਾ ਉਸ ਟਰਾਇੰਗਲ ਦਾ ਏਰੀਆ ਫਾਈਂਡ ਆਊਟ ਕਰਨਾ। ਫਿਰ ਦੇਖਿਆ ਸੀਗਾ ਕਹਿੰਦੇ ਜੇ ਉਹ ਪੁਆਇੰਟ ਕੋਲੀਨੀਅਰ ਕਦੋਂ ਹੋਣਗੇ, ਜਦੋਂ ਉਹਨਾਂ ਦਾ ਏਰੀਆ ਇਕੁਅਲ ਟੂ 0 ਹੋਏਗਾ। ਹੁਣ ਨੈਕਸਟ ਬੱਚੇ ਸੈਕਿੰਡ ਪਾਰਟ ਦੇ ਵਿੱਚ ਅਸੀਂ ਅੱਜ ਡਿਸਕਸ ਕਰਾਂਗੇ ਸਟ੍ਰੇਟ ਲਾਈਨ। ਦੇਖੋ ਜਿਵੇਂ ਸਾਨੂੰ ਯਾਦ ਹੋਏਗਾ ਕਿ ਅਸੀਂ ਰਿਟੈਂਗੂਲਰ ਐਕਸਿਸ ਦੇ ਵਿੱਚ ਵੀ ਸਟ੍ਰੇਟ ਲਾਈਨ ਪੜ੍ਹਦੇ ਹੁੰਦੇ ਸੀ ਬੱਚੇ। ਮੰਨ ਲਓ ਸਾਡੇ ਕੋਲ ਆਹ ਸਾਡੀਆਂ ਜਿਹੜੀਆਂ ਐਕਸ ਐਕਸਿਸ ਆ, ਵਾਈ ਐਕਸਿਸ ਆ ਰਿਟੈਂਗੂਲਰ ਐਕਸਿਸ ਦੇ ਵਿੱਚ, ਤਾਂ ਇੱਕ ਲਾਈਨ ਹੁੰਦੀ ਸੀ ਜੋ ਮੇਬੀ ਇਹਦੇ ਓਰੀਜਨ ਦੇ ਵਿੱਚੋਂ ਦੀ ਪਾਸ ਹੋ ਜਾਵੇ, ਇੱਥੋਂ ਦੀ ਪਾਸ ਹੋ ਜਾਵੇ ਜਾਂ ਉਰੋਂ ਦੀ ਪਾਸ ਹੋ ਰਹੀ ਆ, ਜਾਂ ਫਿਰ ਬੱਚੇ ਇੱਧਰ ਦੀ ਕਿਤੇ ਦੀ ਹੋਰ ਪਾਸ ਹੋ ਰਹੀ ਆ, ਤਾਂ ਉਹ ਸਟ੍ਰੇਟ ਲਾਈਨ ਜੋ ਅਸੀਂ ਇਹਨਾਂ ਦੇ ਵਿੱਚੋਂ ਦੀ ਪਾਸ ਕਰਦੇ ਉਸ ਸਟ੍ਰੇਟ ਲਾਈਨ ਦੀ ਅਸੀਂ ਇਕੁਏਸ਼ਨ ਲਿਖਦੇ ਹੁੰਦੇ ਸੀ। ਜਨਰਲੀ ਜਦੋਂ ਸਾਡੇ ਕੋਲ ਸਿਰਫ ਬੱਚੇ ਸਾਨੂੰ ਹਿੰਟ ਹੋਵੇ ਕਿ ਆਹ ਪੁਆਇੰਟ ਦੇ ਵਿੱਚੋਂ ਦੀ ਪਾਸ ਹੋ ਰਹੀ ਆ ਜਾਂ ਫਿਰ ਇੰਨਾ ਇਹਦਾ ਡਿਸਟੈਂਸ ਆ, ਜਿਵੇਂ ਇੱਥੋਂ ਇਹਦਾ ਇੰਨਾ ਡਿਸਟੈਂਸ ਆ ਸਾਡੇ ਕੋਲ ਇਹ ਗਿਵਨ ਹੋਵੇ, ਦੋ ਪੁਆਇੰਟ ਨਾ ਗਿਵਨ ਹੋਣ। ਇੱਕ ਤਾਂ ਹੁੰਦਾ ਸੀ ਜਦੋਂ 2 ਪੁਆਇੰਟਸ ਗਿਵਨ ਹੋਣ, ਜਿਵੇਂ x1 y1 x2 y2, ਤਾਂ ਅਸੀਂ ਇਕੁਏਸ਼ਨ ਲਿਖਦੇ ਸੀ y ਮਾਈਨਸ y1 ਇਕੁਅਲ ਟੂ y2 ਮਾਈਨਸ y1 ਅਪੋਨ x2 ਮਾਈਨਸ x1 ਇੰਟੂ x ਮਾਈਨਸ x1। ਇਹ ਹੁੰਦੀ ਸੀ ਇਕੁਏਸ਼ਨ ਜਦੋਂ ਦੋ ਪੁਆਇੰਟ ਸਾਨੂੰ ਗਿਵਨ ਹੋਣ ਉਹਨਾਂ ਦੇ ਵਿੱਚ ਦੀ ਲਾਈਨ ਪਾਸ ਹੋ ਰਹੀ ਆ। ਇੱਕ ਹੁੰਦੀ ਸੀ ਵਿੱਚ ਸਿੰਪਲ ਸਟ੍ਰੇਟ ਲਾਈਨ ਦੀ ਇਕੁਏਸ਼ਨ ਜਿਹੜੀ ਇਕੁਅਲ ਟੂ ਹੁੰਦੀ ਸੀ y ਇਕੁਅਲ ਟੂ mx ਪਲੱਸ c ਹੁੰਦਾ ਸੀਗਾ ਜਿੱਥੇ ਸਾਨੂੰ ਡਿਸਟੈਂਸ ਦਿੱਤਾ ਹੁੰਦਾ ਕਿ ਉਹਦੀ ਐਕਸ ਐਕਸਿਸ ਜਾਂ ਵਾਈ ਐਕਸਿਸ ਤੋਂ ਕਿੰਨਾ ਡਿਸਟੈਂਸ ਆ, ਅਤੇ ਜਿਹੜੀ ਐਮ ਸੀਗੀ ਉਹ ਹੁੰਦੀ ਸੀ ਵਿੱਚ ਸਲੋਪ ਆਫ ਦਾ ਲਾਈਨਸ ਟੈਨ ਥੀਟਾ ਦੇ ਨਾਲ ਅਸੀਂ ਇਹਨੂੰ ਰਿਪਰਜੈਂਟ ਕਰ ਦਿੰਦੇ ਹਾਂ। ਜੇਕਰ ਓਰੀਜਨ ਦੀ ਪਾਸ ਹੋਵੇ ਤਾਂ ਸੀ ਇਕੁਅਲ ਟੂ 0 ਹੋ ਜਾਂਦਾ ਸੀ, ਤਾਂ ਵਾਈ ਦੀ ਇਕੁਏਸ਼ਨ ਆ ਜਾਂਦੀ ਸੀ ਐਮ ਆਫ ਐਕਸ। ਸੋ ਇਹ ਸੀਗਾ ਬੱਚੇ ਸਾਡਾ ਓਵਰਆਲ ਜਿਹੜਾ ਸੀ ਰਿਟੈਂਗੂਲਰ ਐਕਸਿਸ ਦੇ ਵਿੱਚ ਕੀਤਾ ਸੀ। ਹੁਣ ਅਸੀਂ ਇਹੀ ਕੁਛ ਬੱਚੇ ਓਬਲੀਕ ਐਕਸਿਸ ਦੇ ਵਿੱਚ ਕਰਨਾ। ਕਹਿੰਦੇ ਓਬਲੀਕ ਐਕਸਿਸ ਕੀ ਸੀਗੀਆਂ, ਜਿਹਦੇ ਵਿੱਚ ਸਾਡੇ ਕੋਲ ਵਾਈ ਐਕਸਿਸ ਅਤੇ ਐਕਸ ਐਕਸਿਸ ਦੇ ਵਿੱਚ ਐਂਗਲ 90 ਨਾ ਬਣ ਕੇ ਕੋਈ ਓਮੇਗਾ ਐਂਗਲ ਬਣਦਾ ਹੋਏਗਾ। ਮੰਨ ਲਓ ਸਾਡੇ ਕੋਲ ਆਹ ਬੱਚੇ ਕੁਛ ਹਾਂਜੀ ਮੰਨ ਲਓ ਬੱਚੇ ਸਾਡੇ ਕੋਲ ਕੁਛ ਇਸ ਫੋਰਮ ਦੀ ਆ ਸਾਡੀ ਐਕਸ ਐਕਸਿਸ ਆ ਵਾਈ ਐਕਸਿਸ ਆ, ਇਹਦੇ ਵਿੱਚ ਕਿਤੇ ਸਾਡੇ ਕੋਲ ਕੋਈ ਲਾਈਨ ਪਾਸ ਹੋ ਰਹੀ ਹੈ, ਮੰਨ ਲਓ ਕੁਛ ਇਸ ਤਰ੍ਹਾਂ ਦੇ ਨਾਲ ਬੱਚੇ ਆਹ ਕੋਈ ਪੁਆਇੰਟ ਆ, ਇਹਦੇ ਵਿੱਚ ਦੀ ਕੋਈ ਸਟ੍ਰੇਟ ਲਾਈਨ ਪਾਸ ਹੋ ਰਹੀ ਆ। ਇਸ ਸਟ੍ਰੇਟ ਲਾਈਨ ਦੀ ਅਸੀਂ ਇਕੁਏਸ਼ਨ ਫਾਈਂਡ ਕਰਨਾ ਚਾਹੁੰਦੇ ਹਾਂ। ਕਹਿੰਦੇ ਇਹਦੀ ਕੀ ਇਕੁਏਸ਼ਨ ਬਣੇਗੀ। ਮੰਨ ਲਓ ਅਸੀਂ ਕਿਹਾ ਕਹਿੰਦੇ ਜਿਹੜੀ ਆ ਸਟ੍ਰੇਟ ਲਾਈਨ ਪਾਸ ਹੋ ਰਹੀ ਆ ਇਹ ਐਕਸ ਐਕਸਿਸ ਦੇ ਨਾਲ ਕਿੰਨੇ ਦਾ ਐਂਗਲ ਬਣਾ ਰਹੀ ਆ, ਥੀਟਾ ਐਂਗਲ ਬਣਾ ਰਹੀ ਆ। ਅਤੇ ਬੱਚੇ ਸਾਨੂੰ ਪਤਾ ਕਹਿੰਦੇ ਜਿਹੜੀਆਂ ਵਾਈ ਐਕਸਿਸ ਆ ਅਤੇ ਇਹਦੀ ਐਕਸ ਐਕਸਿਸ ਆ, ਇਹਨਾਂ ਦੇ ਵਿੱਚ ਅਸੀਂ ਜਦੋਂ ਓਬਲੀਕ ਐਕਸਿਸ ਹੋਵੇ ਕਿਹੜਾ ਐਂਗਲ ਮੰਨਦੇ ਆ, ਓਮੇਗਾ। ਸੋ ਇਹ ਐਂਗਲ ਕਿੰਨਾ ਸਾਡੇ ਕੋਲ ਓਮੇਗਾ। ਹੁਣ ਅਸੀਂ ਇਹ ਲੈਟ ਕੀਤਾ ਕਹਿੰਦੇ ਬੱਚੇ ਜੇਕਰ ਆ ਕੋਈ ਉਰੇ ਮੰਨ ਲਓ ਸੀ ਪੁਆਇੰਟ ਆ ਇਹ, ਅਤੇ ਇਹਦੀ ਜਿਹੜਾ ਡਿਸਟੈਂਸ ਆ ਵਾਈ ਐਕਸਿਸ ਇਹ ਸੀ ਸਮਾਲ ਸੀ ਆ, ਮਤਲਬ ਸਮਾਲ ਸੀ ਡਿਸਟੈਂਸ ਤੋਂ ਇਹ ਲਾਈਨ ਆ ਜਿਹੜੀ ਉਹ ਕੱਟ ਕਰਕੇ ਜਾ ਰਹੀ ਆ। ਹੁਣ ਦੇਖੋ ਇਹਨੂੰ ਥੋੜ੍ਹੀ ਕੰਸਟਰਕਸ਼ਨ ਕਰਦੇ ਹਾਂ। ਕਹਿੰਦੇ ਇਹਦੇ ਸੀ ਨੇ ਕੀ ਫਾਈਂਡ ਕਰਨੀ ਹੈ, ਇਕੁਏਸ਼ਨ ਫਾਈਂਡ ਆਊਟ ਕਰਨੀ ਹੈ ਕਿ ਲਾਈਨ ਦੀ ਇਕੁਏਸ਼ਨ ਕਿਵੇਂ ਹੋਵੇ। ਲਾਈਨ ਦੀ ਇਕੁਏਸ਼ਨ ਸਾਨੂੰ ਕਿਸ ਸਲੋਪ ਫਾਰਮ ਦੇ ਵਿੱਚ, ਤਾਂ ਅਸੀਂ ਬੱਚੇ ਕੀ ਕਿਹਾ ਕਹਿੰਦੇ ਅਸੀਂ ਇਸ ਪੁਆਇੰਟ ਤੋਂ ਇੱਕ ਐਕਸ ਐਕਸਿਸ ਦੇ ਪੈਰਲਲ ਲਾਈਨ ਡਰੋ ਕੀਤੀ, ਇਸ ਤਰ੍ਹਾਂ ਦੇ ਨਾਲ ਲਾਈਨ ਡਰੋ ਕੀਤੀ। ਕਹਿੰਦੇ ਜਿਹੜੀ ਆ ਸਟ੍ਰੇਟ ਲਾਈਨ ਜਾ ਰਹੀ ਹੈ ਬੱਚੇ ਇਸ ਸਟ੍ਰੇਟ ਲਾਈਨ 'ਤੇ ਕੋਈ ਪੁਆਇੰਟ ਲਿਆ ਪੀ ਪੁਆਇੰਟ ਐਕਸ ਵਾਈ, ਮੰਨ ਲਓ ਐਕਸ ਵਾਈ ਉਹਦੇ ਕੋਆਰਡੀਨੇਟਸ ਨੇ ਜਾਂ x1 y1 ਉਹਦੇ ਕੋਆਰਡੀਨੇਟਸ ਨੇ, ਅਤੇ ਇਸ ਪੁਆਇੰਟ ਤੋਂ ਅਸੀਂ ਇੱਕ ਪੈਰਲਲ ਲਾਈਨ ਡਰੋ ਕੀਤੀ ਕਿਹਦੇ, ਇਸ ਵਾਈ ਐਕਸਿਸ ਦੇ ਪੈਰਲਲ ਲਾਈਨ ਡਰੋ ਕੀਤੀ, ਅਤੇ ਇਹ ਕਿਹਨੂੰ ਮੀਟ ਕਰ ਰਹੀ ਆ ਕੇ ਐਕਸ ਐਕਸਿਸ ਨੂੰ, ਕੁਛ ਇਸ ਤਰ੍ਹਾਂ ਦੇ ਨਾਲ। ਦੇਖੋ ਹੁਣ ਅਸੀਂ ਇਹ ਕੰਸਟਰਕਸ਼ਨ ਤਾਂ ਕਰ ਲਈ, ਪਰ ਹੁਣ ਇਹਨੂੰ ਅਸੀਂ ਫਿਲ ਕਰਨਾ ਕਿ ਕਿਹਦੀ ਲੈਂਥ ਕਿੰਨੀ ਹੋਏਗੀ ਜਾਂ ਕਿਹੜੀ ਲੈਂਥ ਕਿੰਨੀ ਹੋਏਗੀ। ਦੇਖੋ ਅਸੀਂ ਇਹਨੂੰ ਮੰਨ ਲਿਆ ਐਕਸ ਅਤੇ ਇਹ ਵਾਈ ਪੁਆਇੰਟ ਹੀ ਨੇ ਬੱਚੇ, ਐਕਸ ਅਤੇ ਵਾਈ ਪੁਆਇੰਟ। ਦੇਖੋ ਜੇ ਇਹ ਐਕਸ ਅਤੇ ਵਾਈ ਪੁਆਇੰਟ ਆ ਤਾਂ ਆਹ ਵਾਲੀ ਸਾਡੇ ਕੋਲ ਡਿਸਟੈਂਸ ਕਿੰਨਾ ਹੋਏਗਾ ਐਕਸ, ਅਤੇ ਆਹ ਵਾਲਾ ਪੂਰਾ ਡਿਸਟੈਂਸ ਸਾਡੇ ਕੋਲ ਕਿੰਨਾ ਹੋਏਗਾ ਵਾਈ। ਤਾਂ ਹੁਣ ਇਹਦੇ ਵਿੱਚੋਂ ਜਦੋਂ ਬੱਚੇ ਆਹ ਲੈਂਥ ਸਾਡੇ ਕੋਲ ਸੀ ਆ ਤਾਂ ਆਹ ਵੀ ਲੈਂਥ ਕਿੰਨੀ ਹੋਏਗੀ ਉਰੇ ਤੱਕ ਸੀ ਹੋਏਗੀ, ਤਾਂ ਪਿੱਛੇ ਜਿਹੜੀ ਆ ਲੈਂਥ ਆ ਇਹਨੂੰ ਮੰਨ ਲਓ ਬੱਚੇ ਐਨ ਪੁਆਇੰਟ, ਐਨ ਪੀ ਦੀ ਫਿਰ ਲੈਂਥ ਕਿੰਨੀ ਹੋਊਗੀ ਵਾਈ ਮਾਈਨਸ ਸੀ, ਠੀਕ। ਅਤੇ ਇਸੇ ਤਰ੍ਹਾਂ ਬੱਚੇ ਸੀ ਐਨ ਦੀ ਲੈਂਥ, ਸੀ ਐਨ ਕਿਹਦੇ ਪੈਰਲਰ ਆ, ਇਸ ਐਕਸ ਐਕਸਿਸ ਦੇ ਪੈਰਲਰ ਆ। ਇਸ ਦਾ ਮਤਲਬ ਜਿੰਨੀ ਉਰੇ ਲੈਂਥ ਉਨੀ ਹੀ ਥੱਲੇ, ਇਸ ਦਾ ਮਤਲਬ ਸੀ ਐਨ ਦੀ ਵੈਲਿਊ ਸਾਡੇ ਕੋਲ ਕਿੰਨੀ ਆ ਐਕਸ, ਕਿਉਂਕਿ ਅਸੀਂ ਨੀਚਲਾ ਪੁਆਇੰਟ ਕੀ ਮੰਨਿਆ ਐਕਸ। ਹੁਣ ਦੇਖੋ ਅਸੀਂ ਰਹਿ ਗਏ ਐਂਗਲ। ਜੇਕਰ ਆਹ ਸਾਡੇ ਕੋਲ ਬੱਚੇ ਇਹ ਸੇਮ ਆ ਐਕਸ ਐਕਸਿਸ ਦੇ ਨਾਲ ਐਂਗਲ ਬਣਾ ਰਹੇ ਉਰੇ ਥੀਟਾ, ਤਾਂ ਉਰੇ ਵੀ ਐਂਗਲ ਕਿੰਨਾ ਬਣੇਗਾ
थीटा। बट आ वाई एक्सिस आ एक्स एक्सिस आ तो इन्ना टोटल कितना एंगल बन रहा ओमेगा। तो बच्चे पिछे जो आ सारा ओमेगा एंगल आ कला थीटा एंगल आ, तो जो सिर्फ आ वाला एंगल है ये कितना बचेगा, जोड़ा मैं डार्क करता ये कितना बचेगा बच्चे ओमेगा माइनस थीटा। फिर अगेन देखो कॉरस्पॉन्डिंग एंगल्स ने, तो उरे एंगल बनेगा जो वो भी कितना होएगा ओमेगा माइनस थीटा। तो सानू हुण ट्राइंगल आ पता बच्चे, ट्राइंगल के दो एंगल्स पता, उहदियां साइड्स पता। हुण असीं ने इहदे उत्तों इक्वेशन आ जिहड़ी वो फाइंड आउट करनी आ। हाँ जी, इक्वेशन फाइंड करने के लिए बच्चे असीं की करांगे, साइन फॉर्मूला का यूज़ करांगे। देखो साइन फॉर्मूला की सीगा, पहला असीं उहनूं याद कर लेना है, रिकॉल कर लेना है कि साडे कोल साइन फॉर्मूला की सी। कहंदे एक ट्राइंगल आ बच्चे ए बी सी, तो ए दे मूहरे वाली साइड ए आ स्मॉल ए, बी दे मूहरे वाली साइड स्मॉल बी, सी दे मूहरे वाली साइड स्मॉल सी, तो इन्हां दे नीचे एंगल लै ले बच्चे असीं ए बी सी बनदे। तो साइन फॉर्मूला की सीगा, कहंदा ए अपॉन साइन ऑफ ए, मतलब एंगल बन रहा जिहड़ा उहदे सामने, बी अपॉन जिहड़ा उहदे सामने एंगल बन रहा, सी अपॉन जिहड़ा उहदे सामने एंगल बन रहा। तो हुण देखो बच्चे साडे कोल डायग्राम, इहनूं तुसीं जिहड़ी मैं कंस्ट्रक्ट करके दिखाई है इत्थों समझ सकदे हो, जिथे नहीं समझ आया सी बच्चे बस इत्थे पी पॉइंट कर लिओ एक्स ते वाई, एक्स वन नहीं हैगा वाई वन नहीं हैगा, एक्स एंड वाई। तो हुण जिहड़ी साडे कोल ट्राइंगल बनी बच्चे ये तो असीं यही साइन फॉर्मूला लगाउणा। देखो मैं इन्हूं सैपरेट करके दिखा देनी है कि इत्थे साडे कोल जिहड़ी इस तरह की एक ट्राइंगल बन रही है, मान लो आ साडे कोल पॉइंट आ सी जिथे एंगल बन रहा थीटा, तो आ साडे कोल कोई पॉइंट आ पी जिथे एंगल बन रहा ओमेगा माइनस थीटा, तो आ कोई पॉइंट आ एन। देखो हुण असीं साइन फॉर्मूला लगाउणा, सानूं तीसरा एंगल नहीं पता बच्चे, जे असीं नहीं भी फाइंड कर रहे तो सिर्फ इन्हां दोहां साइड ते ला लो, दोहां साइड दे विचों क्योंकि सानूं सी पी की लेंथ पता, सी एंड इहदी लेंथ पता, सी ते एन की लेंथ पता, ये लेंथ कितनी है साडे कोल एक्स, तो बच्चे सानू पी ते एन की लेंथ पता, ये लेंथ साडे कोल कितनी आ वाई माइनस सी। तो देखो की सीगा, कहंदा वाई माइनस सी अपॉन की है जिहड़ा उहदे सामने एंगल बन रहा, की सामने एंगल बन रहा साडे कोल थीटा, तो वाई माइनस ई अपॉन साइन थीटा इज इक्वल टू एक्स दे सामने किहड़ा एंगल बन रहा ओमेगा माइनस थीटा, तो एक्स अपॉन साइन ओमेगा माइनस थीटा। असी साइन फॉर्मूला यूज़ किया बच्चों, उहदी सिर्फ पहलियां दो टर्म सी क्योंकि सानू इन्हां दोहां दी लेंथ पता सीगा, तीसरा सी पी दी लेंथ नहीं पता सी, तो असी इन्हां दे उत्ते की अप्लाई किया, साइन फॉर्मूला अप्लाई किया। वेट देखो इस तरह नाल कहना इन ट्राइंगल सी पी एन, असी सी पी एन के जो साइन फॉर्मूला अप्लाई किया सानू इस तरह की लाइन। हुण क्रॉस मल्टीप्लाई कर दो बच्चे, क्रॉस मल्टीप्लाई करने तो बाद तुसीं देखोगे साइन जी एक्स आ इनू इधर ही रहन देंदे, चाहे एक्स साइन थीटा अब एक्स अपॉन साइन ओमेगा माइनस थीटा। बच्चे वाई माइनस सी आ, माइनस उधर सी उधर चली जाऊगी तो प्लस दी हो जाऊगी, तो इक्वेशन इस तरह की बन रही है वाई इज इक्वल टू साइन ऑफ थीटा अपॉन साइन ओमेगा माइनस थीटा एक्स प्लस सी। देखो इन्हूं कंपेयर करो कि वाई एम एक्स प्लस सी, कुछ उस तरह की हमारी सी भी हैगी है एक्स भी हैगी, एम की प्लेस से की आ ए वाली टर्म साइन थीटा अपॉन साइन ओमेगा माइनस थीटा। इसका मतलब बच्चे सानू स्लोप आ जी इस फॉर्मूले तो फाइंड आउट हो सकती है जो असी एम का कंपैरिजन किया। हुण जे असी इहनूं टैन थीटा तक लैके जाना होवे बच्चे तो थोड़ी जी कंस्ट्रक्शन असी होर कर सकते हैं। देखो इन्हूं सैपरेट कर लो, जी एम की वैल्यू ये इक्वल लिख लो, एम आ गया साडे कोल, वेट हाँ जी एम आ गया साडे कोल बच्चे साइन थीटा अपॉन साइन ओमेगा माइनस थीटा। साइन ए माइनस बी का फॉर्मूला साइन ए कॉस बी, कॉस ए माइनस साइन ए कॉस बी, तो इन्हूं ओपन करांगे बच्चे साइन ओमेगा कॉस ऑफ थीटा माइनस कॉस ऑफ ओमेगा साइन ऑफ थीटा। ऊपर तो नीचे दोनों नूं बच्चे कॉस थीटा नाल डिवाइड कर दो, साइन अपॉन कॉस ऊपर की बन जाएगा टैन थीटा, नीचे बचे इत्थे कॉस नाल कॉस कैंसल सिर्फ बचेगा साइन ओमेगा माइनस, इत्थे की बचेगा साइन अपॉन अगेन कॉस आ जाएगा टैन थीटा तक साइन कॉस ओमेगा टैन ऑफ थीटा इज इक्वल टू किदे चल रहा बच्चे सारा कुछ एम दे, तो एम नूं असीं एम लिख सकते हैं। होर की चाहिए बच्चे टैन थीटा की वैल्यू अगेन देखो क्रॉस मल्टीप्लाई कर लो, टैन थीटा की टर्म्स एक साइड पर कंबाइन कर लो तो दूसरी जी साइन ओमेगा उन्होंने एक साइड पर लै जाओ, तो इन्हूं सॉल्व करने तो बाद बच्चे साडे कोल टर्म्स बन रही है कुछ इस तरह के नाल। देखो आ वाली टर्म हुण क्रॉस मल्टीप्लाई की हो गया, इनू अंदर प्रोडक्ट करो बच्चे एम साइन ओमेगा माइनस एम कॉस ओमेगा टैन ऑफ थीटा इज इक्वल टू टैन थीटा। हुण आ माइनस उधर जाके प्लस हो जाएगा बच्चे एम साइन ओमेगा किदे इक्वल आ गया टैन थीटा कॉमन 1 प्लस एम कॉस ऑफ ओमेगा। बच्चे टैन थीटा की वैल्यू कढ़नी है तो कितनी आ जाएगी एम साइन ओमेगा अपॉन 1 प्लस एम कॉस ऑफ
ओमेगा। ये सीगा साडा स्लोप। जे हुण सानू की क्या होया, कहते 2 पॉइंट एक कोई स्ट्रेट लाइन की इक्वेशन फाइंड करनी है, एंगल दिता होया तो असी ईजीली फाइंड कर सकते हैं इक्वेशन ऑफ अ स्ट्रेट लाइन। ਹੁਣ ਜੇਕਰ ਬੱਚੇ ਸਾਡੇ ਕੋਲ ਦੂਸਰੀ ਫਾਰਮ 'ਚ ਆਉਂਦਾ, 2 ਪੁਆਇੰਟਸ ਗਿਵਨ ਹੁੰਦੇ, ਉਸ ਟਾਈਮ ਵੀ ਅਸੀਂ ਐਵੇਂ ਹੀ ਫਾਈਂਡ ਕਰ ਸਕਦੇ ਸੀ। ਹੁਣ ਇਸ ਤੋਂ ਬਾਅਦ ਥੋੜ੍ਹੀਆਂ ਜੋ ਸਾਡੇ ਕੋਲ ਕਰੋਲਰੀਜ਼ ਨੇ ਬੱਚੇ, ਰਿਜ਼ਲਟ ਨੇ, ਕਹਿੰਦੇ ਜਿਵੇਂ ਜੇ ਇਕੁਏਸ਼ਨ ਆਫ ਅ ਸਟ੍ਰੇਟ ਲਾਈਨ, ਉਹ ਇਕੁਏਸ਼ਨ ਫਾਈਂਡ ਕਰਨੀ ਹੈ ਸਟ੍ਰੇਟ ਲਾਈਨ ਦੀ ਜਿਹੜੀ ਪਰਪੈਂਡੀਕੂਲਰ ਹੋਵੇ ਵਾਈ ਐਕਸਿਸ ਦੇ। ਬੱਚੇ ਦੇਖੋ ਜੇ ਪਰਪੈਂਡੀਕੂਲਰ ਹੈ ਵਾਈ ਐਕਸਿਸ ਦੇ ਤੇ ਪਾਸ ਥਰੂ ਹੋ ਰਹੀ ਹੈ ਓਰੀਜ਼ਨ ਦੇ, ਓਰੀਜ਼ਨ ਦੇ ਪਾਸ ਹੋ ਰਹੀ ਹੈ, ਇਸਦਾ ਮਤਲਬ ਸੀ ਦੀ ਵੈਲਿਊ ਤਾਂ ਕਿੰਨੀ ਹੋਏਗੀ 0। ਤੇ ਬੱਚੇ ਪਰਪੈਂਡੀਕੂਲਰ ਆ, ਪਰਪੈਂਡੀਕੂਲਰ ਮਤਲਬ ਉਹਦੇ ਵਿੱਚ 90 ਡਿਗਰੀ ਦਾ ਐਂਗਲ ਸਾਡੇ ਕੋਲ ਫਾਰਮ ਹੋ ਰਿਹਾ ਹੋਊਗਾ। ਤਾਂ ਕੁਛ ਇਸ ਤਰ੍ਹਾਂ ਦੇ ਨਾਲ ਅਸੀਂ ਸਟ੍ਰੇਟ ਲਾਈਨ ਲੈਣੀ ਆ ਕਿ ਜਿਹੜਾ ਉਹਦੇ ਵਿੱਚ ਐਕਸ ਐਕਸਿਸ ਦੇ ਨਾਲ ਐਂਗਲ ਬਣ ਰਿਹਾ ਸੀ, ਉਹ ਐਂਗਲ ਸਾਡੇ ਕੋਲ ਕੀ ਹੋਏਗਾ ਹੁਣ 90 ਪਲੱਸ ਓਮੇਗਾ। ਬੱਚੇ ਕੁਛ ਐਵੇਂ ਲੈ ਸਕਦੇ ਹਾਂ, ਜਿਵੇਂ ਹੁਣ ਆਹ ਹੋ ਸਕਦਾ ਓਰੀਜ਼ਨ ਦੇ ਵਿੱਚ ਉਹਦੀ ਪਾਸ ਹੋ ਕੇ ਪਰਪੈਂਡੀਕੂਲਰ ਹੋਵੇ ਸਾਡੇ ਕੋਲ ਵਾਈ ਐਕਸਿਸ ਦੇ। ਸੋ ਅਸੀਂ ਥੀਟਾ ਨੂੰ ਪੁੱਟ ਕਰਾਂਗੇ ਬੱਚੇ 90 ਪਲੱਸ ਓਮੇਗਾ, ਤੇ ਸੀ ਨੂੰ ਪੁੱਟ ਕਰਾਂਗੇ 0। ਉੱਪਰ ਜਿਹੜੀ ਸਟ੍ਰੇਟ ਲਾਈਨ ਦੀ ਇਕੁਏਸ਼ਨ ਆ ਤਾਂ ਸਾਨੂੰ ਮਿਲ ਜਾਏਗਾ ਵਾਈ ਦੀ ਵੈਲਿਊ। ਇਸ ਤੋਂ ਬਾਅਦ ਬੱਚੇ ਸਾਡੇ ਕੋਲ ਇੱਕ ਹੋਰ ਆਰਟੀਕਲ ਆਉਂਦਾ, ਕਹਿੰਦੇ ਜੇਕਰ ਸਾਨੂੰ ਕੋਈ 2 ਸਟ੍ਰੇਟ ਲਾਈਨਸ ਹੋਣ, ਟੂ ਫਾਈਂਡ ਦੀ ਐਂਗਲ ਬਿਟਵੀਨ 2 ਸਟ੍ਰੇਟ ਲਾਈਨ y ਇਜ਼ ਇਕੁਅਲ ਟੂ mx ਪਲੱਸ c, y ਇਜ਼ ਇਕੁਅਲ ਟੂ m ਡੈਸ਼ x ਪਲੱਸ c ਡੈਸ਼, ਦਾ ਬੀਇੰਗ ਇਨਕਲਾਈਡ ਐਟ ਐਂਗਲ ਦਾ ਓਮੇਗਾ। ਕਹਿੰਦੇ ਇੱਕ ਓਬਲੀਕ ਐਕਸਿਸ ਆ ਜਿਹੜੀ ਬੱਚੇ ਓਮੇਗਾ ਐਂਗਲ ਦੇ ਉੱਤੇ ਬਣੀ ਹੋਈ ਹੈ। ਮੰਨ ਲਓ ਐਕਸ ਐਕਸਿਸ ਆ, ਵਾਈ ਐਕਸਿਸ, ਇਹਦੇ ਵਿੱਚ ਕੀ ਆ ਓਮੇਗਾ। ਇਹਨਾਂ ਵਿੱਚ 2 ਸਟ੍ਰੇਟ ਲਾਈਨਸ ਨੇ ਬੱਚੇ, 2 ਸਟ੍ਰੇਟ ਲਾਈਨ ਦੇ ਵਿੱਚ ਬਣਨ ਵਾਲਾ ਐਂਗਲ ਕਿੰਨਾ, ਉਹਨਾਂ 2 ਸਟ੍ਰੇਟ ਲਾਈਨ। ਮੰਨ ਲਓ ਇੱਕ ਸਟ੍ਰੇਟ ਲਾਈਨ ਸਾਡੀ ਕੁਛ ਇਸ ਤਰ੍ਹਾਂ ਦੀ ਹੈ ਬੱਚੇ, ਦੂਸਰੀ ਸਟ੍ਰੇਟ ਲਾਈਨ ਕੁਛ ਇਸ ਤਰ੍ਹਾਂ ਦੀ ਹੈ। ਇਹਦੀ ਇਕੁਏਸ਼ਨ ਅਸੀਂ ਨੇ ਮੰਨ ਲਈ mx ਪਲੱਸ c, ਅਤੇ ਬੱਚੇ ਇਹਦੀ ਇਕੁਏਸ਼ਨ ਸਾਡੇ ਕੋਲ ਹੈਗੀ ਆ m ਡੈਸ਼ x ਪਲੱਸ c ਡੈਸ਼। ਅਤੇ ਇਹਦੇ ਵਿੱਚ ਬੱਚੇ ਐਂਗਲ ਬਣ ਰਿਹਾ ਉਰੇ ਮੰਨ ਲਓ ਥੀਟਾ, ਅਤੇ ਉਰੇ ਸਾਡੇ ਕੋਲ ਬਣ ਰਿਹਾ ਥੀਟਾ ਡੈਸ਼, ਜਾਂ ਥੀਟਾ 1 ਜਾਂ ਥੀਟਾ 2, ਐਵੇਂ ਨੇਮ ਦੇ ਸਕਦੇ। ਹੁਣ ਫਾਈਂਡ ਕੀ ਕਹਿ ਰਿਹਾ, ਕਹਿੰਦਾ ਇਹਨਾਂ ਦੋਹਾਂ ਸਟ੍ਰੇਟ ਲਾਈਨਸ ਦੇ ਵਿੱਚ ਜੋ ਐਂਗਲ ਉਰੇ ਬਣੇਗਾ ਕਿਹੜਾ ਬੱਚੇ ਥੀਟਾ ਮਾਈਨਸ ਥੀਟਾ ਡੈਸ਼, ਇਹਦੀ ਵੈਲਿਊ ਅਸੀਂ ਨੇ ਕੀ ਕਰਨੀ ਆ ਫਾਈਂਡ ਕਰਨੀ ਆ। ਦੇਖੋ ਸਾਨੂੰ ਅਸੀਂ ਇੱਕ ਹੁਣ ਤਾਂ ਪਿੱਛੇ ਫਾਰਮੂਲਾ ਕੱਢਿਆ, ਕਹਿੰਦੇ ਜਦੋਂ ਅਸੀਂ ਨੇ ਫਾਈਂਡ ਕਰਨਾ ਹੋਵੇ ਟੈਨ ਥੀਟਾ, ਮਤਲਬ ਕਿ ਜਦੋਂ ਸਟ੍ਰੇਟ ਲਾਈਨ ਅਸੀਂ ਫਾਈਂਡ ਕਰਦੇ ਹਾਂ ਤਾਂ ਐਮ ਸਲੋਪ ਨਿਕਲ ਆਈ ਸੀ, ਉਹਦੇ ਵਿੱਚ ਅਸੀਂ ਟੈਨ ਥੀਟਾ ਫਾਈਂਡ ਕਰ ਸਕਦੇ ਹਾਂ। ਟੈਨ ਥੀਟਾ ਕਿਹਦੇ ਕੋਲ ਆਇਆ m ਸਾਈਨ ਓਮੇਗਾ अपॉन 1 प्लस m कॉस ऑफ ओमेगा। अगेन बच्चे स्ट्रेट लाइन का भी है, ये भी तो सेम फॉर्मूला अप्लाई होएगा। तो टैन थीटा हुण इत्थे असी एंगल किहड़ा बन रहा थीटा डैश इज इक्वल टू m डैश साइन ओमेगा अपॉन 1 प्लस m डैश कॉस ओमेगा। देखो असी ये लिख सकते हैं क्योंकि बच्चे उहदे लई स्लोप m सीगी, ਉਹਦੇ ਇਕੁਅਲ ਇੱਥੇ ਐਮ ਡੈਸ਼ ਦਿੱਤਾ ਹੋਇਆ ਤਾਂ ਅਸੀਂ ਐਮ ਡੈਸ਼ ਲਿਖ ਲਿਆ। ਉਸ ਤੋਂ ਬਾਅਦ ਕੀ ਕਹਿ ਰਿਹਾ ਬੱਚੇ, ਕਹਿੰਦਾ ਇਹਦੀ ਵੈਲਿਊ ਫਾਈਂਡ ਕਰਨੀ ਹੈ ਟੈਨ ਥੀਟਾ ਮਾਈਨਸ ਥੀਟਾ ਡੈਸ਼। ਦੇਖੋ ਅੱਗੇ ਅਸੀਂ ਕੀ ਕਰਾਂਗੇ, ਟੈਨ ਥੀਟਾ ਮਾਈਨਸ ਥੀਟਾ ਡੈਸ਼ ਫਾਈਂਡ ਕਰਨਾ, ਤਾਂ ਅਸੀਂ ਲਿਖਿਆ ਟੈਨ ਥੀਟਾ ਮਾਈਨਸ ਥੀਟਾ ਡੈਸ਼। ਹੁਣ ਦੇਖੋ ਟੈਨ ਏ ਮਾਈਨਸ ਬੀ ਦਾ ਫਾਰਮੂਲਾ ਕੀ ਹੁੰਦਾ, ਟੈਨ ਏ ਮਾਈਨਸ ਟੈਨ ਬੀ ਅਪੋਨ 1 ਪਲੱਸ ਟੈਨ ਏ ਟੈਨ ਬੀ। ਤਾਂ ਅਸੀਂ ਫਾਰਮੂਲਾ ਓਪਨ ਕੀਤਾ ਬੱਚੇ, ਜਿਹੜੀਆਂ ਪਿੱਛੇ ਵੈਲਿਊਜ਼ ਕੱਢੀਆਂ ਨੇ ਟੈਨ ਥੀਟਾ ਦੀਆਂ, ਟੈਨ ਥੀਟਾ ਡੈਸ਼ ਦੀਆਂ ਇੱਥੇ ਸਬਸਟੀਟਿਊਟ ਕਰ ਦੇਣੀਆਂ ਨੇ। ਸਬਸਟੀਟਿਊਟ ਕਰਨ ਤੋਂ ਬਾਅਦ ਅਸੀਂ ਸੋਲਵ ਕਰ ਲਿਆ ਕ੍ਰਾਸ ਮਲਟੀਪਲਾਈ ਕਰਕੇ, ਤਾਂ ਸਾਡੇ ਕੋਲ ਇੱਕ ਫਾਰਮੂਲਾ ਤਿਆਰ ਹੋ ਗਿਆ ਜਿਹੜਾ ਕੀ ਹੋਏਗਾ ਜਦੋਂ 2 ਸਟ੍ਰੇਟ ਲਾਈਨਸ ਦਿੱਤੀਆਂ ਹੋਣ ਉਹਨਾਂ ਦੇ ਵਿੱਚ ਅਸੀਂ ਐਂਗਲ ਫਾਈਂਡ ਕਰਨਾ ਹੋਏਗਾ ਤਾਂ ਅਸੀਂ ਇਸ ਫਾਰਮੂਲਾ ਦਾ ਯੂਜ਼ ਕਰਾਂਗੇ। ਟੈਨ ਥੀਟਾ ਮਾਈਨਸ ਥੀਟਾ ਡੈਸ਼ ਕਿਹਦੇ ਇਕੁਅਲ ਹੋਇਆ ਕਰੇਗਾ m ਮਾਈਨਸ m ਡੈਸ਼ ਇੰਟੂ ਸਾਈਨ ਓਮੇਗਾ ਅਪੋਨ 1 ਪਲੱਸ m ਡੈਸ਼ ਇੰਟੂ ਕਾਸ ਓਮੇਗਾ ਪਲੱਸ m ਇੰਟੂ m ਡੈਸ਼। ਹੁਣ ਇਹ ਤੋਂ ਬਾਅਦ ਬੱਚੇ ਸਾਡੇ ਇਸੇ ਰਿਜ਼ਲਟ ਤੋਂ ਅਸੀਂ ਕੁਛ ਹੋਰ ਇੰਪੋਰਟੈਂਟ ਰਿਜ਼ਲਟ ਵੀ ਬਣਾ ਸਕਦੇ ਹਾਂ ਜਿਹੜੇ ਅਸੀਂ ਮੋਸਟ ਆਫ ਦੀ ਐਗਜ਼ਾਮਪਲ 'ਚ ਯੂਜ਼ ਕਰਦੇ ਹਾਂ। ਦੇਖੋ ਕਿਆ ਹੋਵੇ, ਕਹਿੰਦਾ ਜਿਹੜੀਆਂ 2 ਸਟ੍ਰੇਟ ਲਾਈਨਸ ਨੇ ਉਹਨਾਂ ਦੇ ਵਿੱਚ ਬੱਚੇ 90 ਡਿਗਰੀ ਦਾ ਐਂਗਲ ਬਣਦਾ, ਫਿਰ ਕੀ ਕਰਾਂਗੇ ਅਸੀਂ, ਕਹਿੰਦੇ 90 ਡਿਗਰੀ ਦਾ ਐਂਗਲ ਦੇ ਉੱਤੇ ਉਹ ਦੋਨੋਂ ਇੱਕ ਦੂਸਰੇ ਪਰਪੈਂਡੀਕੂਲਰ ਨੇ। ਫਿਰ ਸਾਡੇ ਕੋਲ ਕੀ ਹੋਏਗਾ ਬੱਚੇ, ਕਹਿੰਦਾ ਇਸ ਦਾ ਮਤਲਬ ਇਹਨਾਂ ਦੋਹਾਂ ਦਾ ਜੋ ਡਿਫਰੈਂਸ ਆ ਰਿਹਾ ਓਬਵੀਅਸ ਫਿਰ ਉਹ 90 ਹੋਊਗਾ ਕਿਉਂਕਿ ਉੱਥੇ ਐਂਗਲ ਵੀ ਵਿੱਚ 90 ਬਣ ਰਿਹਾ। ਤਾਂ ਅਸੀਂ ਕੀ ਕਰਾਂਗੇ, ਜਿੱਥੇ ਸਾਡੇ ਕੋਲ ਥੀਟਾ ਮਾਈਨਸ ਥੀਟਾ ਡੈਸ਼ ਉੱਥੇ ਕੀ ਪੁੱਟ ਕਰ ਦਾਂਗੇ 90। ਟੈਨ 90 ਕਿੰਨਾ ਹੁੰਦਾ ਸਾਡੇ ਕੋਲ, ਟੈਨ 90 ਇਨਫਿਨਿਟੀ। ਤਾਂ ਇਨਫਿਨਿਟੀ ਨੂੰ ਬੱਚੇ ਅਸੀਂ ਲਿਖ ਸਕਦੇ ਹਾਂ 1/0 ਇਜ਼ ਇਕੁਅਲ ਟੂ m ਮਾਈਨਸ m ਡੈਸ਼ ਇੰਟੂ ਸਾਈਨ ਅਪੋਨ 1 ਪਲੱਸ ਜਿਹੜਾ ਬੱਚੇ ਸਾਰਾ ਫਾਰਮੂਲਾ ਦੇਖੋ ਕ੍ਰਾਸ ਮਲਟੀਪਲਾਈ ਕਰ ਦਿਓ ਤਾਂ ਸਾਰੇ ਦੀ ਨੀਚੇ ਜਿਹੜੀ ਵੈਲਿਊ ਆ ਕਿਹਦੇ ਇਕੁਅਲ ਆ ਜਾਏਗੀ 0 ਦੇ। ਤਾਂ ਸਾਡੇ ਕੋਲ ਇੱਕ ਕੰਡੀਸ਼ਨ ਤਿਆਰ ਹੋ ਜਾਏਗੀ, ਕਹਿੰਦੇ 2 ਲਾਈਨਸ ਕਦੋਂ ਜਦੋਂ ਪਰਪੈਂਡੀਕੂਲਰ ਹੋਣਗੀਆਂ ਤਾਂ ਅਸੀਂ ਬੱਚੇ ਉਹਦੇ ਉੱਤੇ ਆਹ ਕੰਡੀਸ਼ਨ ਅਪਲਾਈ ਕਰ ਸਕਦੇ ਹਾਂ, ਅਸੀਂ ਉਹ ਤੋਂ ਇਕੁਏਸ਼ਨ ਫਾਈਂਡ ਕਰ ਸਕਦੇ ਹਾਂ ਕਿਸੇ ਲਾਈਨ ਦੀ। ਦੇਖੋ ਜੇਕਰ ਉਹ ਲਾਈਨ ਪੈਰਲਰ ਨੇ, ਪੈਰਲਰ ਦਾ ਮਤਲਬ ਬੱਚੇ ਉਹ ਕੱਟ ਹੀ ਨਹੀਂ ਹੋ ਰਹੀਆਂ ਹੋਣਗੀਆਂ ਕਿਤੇ ਇਸ ਤਰ੍ਹਾਂ ਦੇ ਨਾਲ ਨੇ, ਤਾਂ ਉਹਨਾਂ ਦੇ ਵਿੱਚ ਕੋਈ ਐਂਗਲ ਹੀ ਨਹੀਂ ਹੋਣਾ ਬੱਚੇ। ਐਂਗਲ ਕਿੰਨਾ ਹੋਏਗਾ 0। ਤਾਂ ਉਸ ਟਾਈਮ ਅਸੀਂ ਥੀਟਾ ਮਾਈਨਸ ਥੀਟਾ ਡੈਸ਼ ਦੀ ਵੈਲਿਊ ਕੀ ਪੜ ਦਾਂਗੇ 0। ਟੈਨ 0 ਸਾਡੇ ਕੋਲ ਕਿੰਨਾ ਹੁੰਦਾ, ਟੈਨ 0 1। ਤਾਂ ਅਸੀਂ ਉਹਨੂੰ ਕੀ ਕਰ ਦਾਂਗੇ 1 ਨੋ 0।
tan 0 बचो, फिर अगेन साढ़े कोल की आ जाएगा 8 सारी टर्म 0 हो जाएगी एंड m इक्वल टू किते हो जाएगा m डैश। यस अगे हैगा बच्चे साढ़े कोल अगेन कहते जो साढ़े कोल दो स्ट्रेट लाइन कुछ इस तरह के नाल गिवन होणगियां तो उन्होंने विच जो असीं एंगल फाइंड करना होगा, देखो साढ़े कोल की इक्वेशन है बच्चे ax प्लस by प्लस c इज इक्वल टू 0। इन्हों असीं स्टैंडर्ड फॉर्म च कन्वर्ट कर सकते हैं, स्लो फॉर्म by नूं इधर रख लो, उधर चलिया जाएगा माइनस ax माइनस सी, बी नूं उधर डिवाइड कर दो बच्चे, ये बन गया माइनस a अपॉन बी एक्स माइनस सी अपॉन बी। देखो अगेन उसे फॉर्म दिया गई एम एक्स प्लस सी फॉर्म दिया तो एम की वैल्यू कितनी है माइनस बी अपॉन ए अपॉन बी, तो सी की वैल्यू कितनी है माइनस सी अपॉन बी। आही फॉर्मूले जो उपर फाइंड किया बच्चों तो एम डैश की असी ने वैल्यू सबसीट्यूट कर देनी आ तो साढ़े को एक न्यू फॉर्मूला तैयार हो जाएगा जो इस तरह की स्ट्रेट लाइन हो उन्होंने एंगल फाइंड करने का। हुण कुछ एग्जाम्पल्स देख लैने बच्चे, कहने the axis being inclined, first example the axis being inclined at the angle of 30 degree, obtain the equation of a straight line which passes through the origin and are inclined at 45 to a straight line x plus y equal to 1। कहते बच्चे एक एक्सिस ने जड़ियाँ वो इनकलाइंड ने किन्ने डिग्री के एंगल ते 30 डिग्री के एंगल ते, इसका मतलब बच्चे की वैल्यू दी हुई है सानू ओमेगा की वैल्यू, इनकलाइंड ही होया कहते एक्सिस बीइंग इनकलाइंड एक दूसरे के किन्ने डिग्री ते ने हो 30 डिग्री ते इनकलाइंड ने आ एक्स एक्सिस आ वाई एक्सिस आ। उस तो बाद असी स्ट्रेट लाइन की इक्वेशन फाइंड करनी है जो बच्चे ओरिजिन के विचों दी पास हो रही है एंड इनकलाइंड एट द 45 टू द स्ट्रेट लाइन। एक होर कोई स्ट्रेट लाइन है बच्चे, मान लो इस तरह की स्ट्रेट लाइन है एक्स प्लस वाई इज इक्वल टू 1 मन्निया, बट आप ये तो स्ट्रेट लाइन बना सकते हैं जी वो उत्ते 45 डिग्री का एंगल बना रही है तो हुण वो जी आ स्ट्रेट लाइन जी ओरिजिन के विचों दी पास हो रही है तो ये उत्ते 45 का एंगल बना रही है, उस लाइन की असीं ने इक्वेशन है जी फाइंड करनी है। देखो बच्चों इत्थे भी सानू दो स्ट्रेट लाइनस ने, एक तो एक्स प्लस वाई इक्वल टू 1 दिता होया तो दूसरी लाइन साडे कोल की है जिहड़ी असीं फाइंड करनी है, बट इन्हां दोहां दे विच एंगल दे रखिया कितना 45। तो हुणे जिहड़ा असीं कीता सी बच्चे दो स्ट्रेट लाइन दे विच जिहड़ा एंगल आ उहदा असीं फॉर्मूला कीता टैन थीटा माइनस थीटा डैश इज इक्वल टू दिस फॉर्मूला, असीं उही फॉर्मूला यूज़ करांगे। देखो आ जिहड़ी इक्वेशन है पहले तो सानू एक स्लोप चाहिए, इहनूं स्टैंडर्ड फॉर्म च कन्वर्ट करो, वाई इज इक्वल टू माइनस एक्स प्लस 1, एम की वैल्यू कितनी आ गई -1 तो सी की वैल्यू कितनी आ गई इत्थों बच्चे 1। तो एक लाइन की स्लोप सानू पता लग गई कितनी है -1 तो दूसरी की असीं फाइंड कर लांगे बच्चे, जो फाइंड होगी तो इक्वेशन लिखी जाऊगी। तो हुण असीं ये फॉर्मूले का यूज़ किया, देखो उन्होंने दोहां दे विच एंगल कितना बन रहा 45 तो tan 45 इज इक्वल टू m माइनस m डैश इंटू साइन ओमेगा अपॉन 1 प्लस m प्लस वो वैल्यूज़ भरी, ओमेगा की वैल्यू बच्चे उन्हें ऑलरेडी दे रखी है 30, वैल्यू सबसीट्यूट की सॉल्व किया बच्चे, स्लोप की वैल्यू m की वैल्यू फाइंड आउट होगी। जो हुण m की वैल्यू पता तो उन्हें क्या ओरिजिन चो पास हो रहा तो y इक्वेशन की सी एम एक्स प्लस सी तो हुण 0 आ तो बचिया कि एम एक्स तो एक बारी m नूं की पुट कर दोगे -1 अपॉन √3, दूसरी बारी -√3 तो दोहां दे विचों सानूं दो स्ट्रेट लाइन की इक्वेशन पता लग जूगी जो उहदे नाल 45 का एंगल बना सकते हैं बच्चों। नेक्स्ट एग्जाम्पल द एक्सिस बीन इंक्लाइंड एट द एंगल ऑफ 60 डिग्री एंड द इंक्लाइनेशन ऑफ द एक्स एक्सिस टू द स्ट्रेट लाइन वाई। अगेन बच्चे सेम आ कहते हुण इत्थे एक्स एक्सिस दे उत्ते ओह जिहड़ियां एक्स एक्सिस ने उन्हां दे विच एंगल कितना ओमेगा कितना बन रहा साडे कोल 60 डिग्री आ ते आपां ने फाइंड आउट की करना दी इनकलाइनेशन ऑफ द एक्स एक्सिस ऑफ द स्ट्रेट। हुण ओह जिहड़ी स्ट्रेट लाइन आ ये किन्ने डिग्री दे नाल एक्स एक्सिस किन्नी डिग्री बना रही होगी एक्स एक्सिस नाल वो फाइंड करना। इत्थे तां बच्चे सिंपल ही है जो असीं पहला ही फॉर्मूला तैयार किया सी tan थीटा इज इक्वल टू m साइन ओमेगा अपॉन 1 प्लस m कॉस ओमेगा, ये वैल्यू सबसीट्यूट कर देनिया ने। ओमेगा कितना साढ़े को 60 डिग्री, थीटा सी फाइंड करना, स्लोप कितनी है बच्चे तो इक्वेशन तो फाइंड हो जाएगी, एम की वैल्यू कितनी है 2 सबसीट्यूट करांगे सानू वैल्यू मिल जाएगी। इसी तरह बच्चे बाकी जो दो स्ट्रेट लाइन दित्तियां ने उन्होंने असीं यही फॉर्मूले का यूज़ करके एंगल है जिहड़ा वो फाइंड कर सकते। आई होप ये लैक्चर तुहानूं क्लीयर होया होएगा, जे कोई डाउट होया तो कमेंट बॉक्स 'ਚ दस देना। थैंक यू फॉर वॉचिंग।